ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਖਬਰਾਂ ਦੇ ਬੁਲੇਟਿਨ ਦੇ ਵਿੱਚ ਸਵਾਗਤ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਅਮਰੀਕਾ ਵਿੱਚ ਨਾਜਾਇਜ਼ ਤਰੀਕੇ ਨਾਲ ਦਾਖਲ ਹੋਣ ਤੇ ਕੱਟਣੀ ਪਵੇਗੀ 2 ਸਾਲ ਜੇਲ੍ਹ। ਕੈਨੇਡਾ ਵਿੱਚ ਰੈਸਟੋਰੈਂਟ ਕਾਮਿਆਂ ਲਈ ਆਇਆ ਨਵਾਂ ਕਾਨੂੰਨ। ਬੱਚਿਆਂ ਦੀ ਮੌਤ ਤੇ ਟਰੂਡੋ ਨੇ ਇਜ਼ਰਾਈਲ ਨੂੰ ਘੇਰਿਆ, ਅੱਗਿਓਂ ਨੇਤਨਯਾਹੂ ਨੇ ਦਿੱਤਾ ਕਰਾਰਾ ਜਵਾਬ। ਭਾਰਤ ਅਮਰੀਕਾ ਤੇ ਹੋਰਨਾਂ ਦੇਸ਼ਾਂ ਵੱਲੋਂ ਸਪਲਾਈ ਚੇਨ ਸਮਝੌਤਾ ਸਹਿ ਬੰਦ। ਅਮਰੀਕਾ ਦੇ ਸ਼ਹਿਰ ਦਾ ਇਤਿਹਾਸਿਕ ਕਦਮ, ਦੀਵਾਲੀ ਤੇ ਸਰਕਾਰੀ ਛੁੱਟੀ ਦਾ ਐਲਾਨ। UK ਸਰਕਾਰ ਦੀ ਰਵਾਡਾ ਪ੍ਰਵਾਸੀ ਯੋਜਨਾ ਨੂੰ ਵੱਡਾ ਝਟਕਾ, ਅਦਾਲਤ ਨੇ ਸੁਣਾਇਆ ਫੈਸਲਾ। ਇਜ਼ਰਾਈਲੀ ਫੌਜ ਦਾ ਦਾਅਵਾ, ਅੱਤਵਾਦ ਲਈ ਹਸਪਤਾਲਾਂ ਦੀ ਵਰਤੋਂ ਕਰ ਰਿਹਾ ਹੈ ਹਮਾਸ। ਇਜ਼ਰਾਈਲੀ ਟੈਂਕ ਸ਼ਿਫਾ ਹਸਪਤਾਲ ਅੰਦਰ ਦਾਖਲ। ਹੁਣ ਖਬਰਾਂ ਵਿਸਥਾਰ ਦੇ ਵਿੱਚ। ਅਮਰੀਕਾ ਵਿੱਚ ਨਾਜਾਇਜ਼ ਤਰੀਕੇ ਨਾਲ ਦਾਖਲ ਹੋਣ ਵਾਲਿਆਂ ਨੂੰ 2 ਸਾਲ ਜੇਲ੍ਹ ਕੱਟਣੀ ਪਵੇਗੀ। ਟੈਕਸਾਸ ਸੂਬੇ ਵਿੱਚ ਪੁਲਿਸ ਨੂੰ ਪ੍ਰਵਾਸੀਆਂ ਦੀ ਗ੍ਰਿਫਤਾਰੀ ਦਾ ਹੱਕ ਦੇਣ ਵਾਲਾ ਕਾਨੂੰਨ ਪਾਸ ਕਰ ਦਿੱਤਾ ਗਿਆ ਹੈ ਅਤੇ ਇਸ ਵਿੱਚ ਨਾਜਾਇਜ਼ ਪ੍ਰਵਾਸ ਨੂੰ ਅਪਰਾਧ ਦੀ ਸ਼੍ਰੇਣੀ ਵਿੱਚ ਸ਼ਾਮਿਲ ਕਰਦਿਆਂ 2 ਸਾਲ ਕੈਦ ਦੀ ਸਜ਼ਾ ਤੈਅ ਕੀਤੀ ਗਈ ਹੈ। ਮੰਗਲਵਾਰ ਸ਼ਾਮ ਸੂਬਾ ਅਸੈਂਬਲੀ ਵਿੱਚ ਪਾਸ ਹੋਣ ਮਗਰੋਂ ਬਿੱਲ SB4 ਨੂੰ ਗਵਰਨਰ ਗ੍ਰੇਗ ਐਪਟ ਦੇ ਦਸਤਖਤਾਂ ਵਾਸਤੇ ਭੇਜ ਦਿੱਤਾ ਗਿਆ। ਟੈਕਸਾਸ ਨੇ ਪਾਸ ਕੀਤਾ ਨਵਾਂ ਕਾਨੂੰਨ। ਬਿੱਲ ਪਾਸ ਹੋਣ ਤੋਂ ਪਹਿਲਾਂ ਡੈਮੋਕ੍ਰੈਟਿਕ ਪਾਰਟੀ ਦੀ ਅਸੈਂਬਲੀ ਮੈਂਬਰ ਜੋਲੈਂਡਾ ਜੋਨਸ ਵੱਲੋਂ SB4 ਦੇ ਹਮਾਇਤੀਆਂ ਨੂੰ ਸਰਾਸਰ ਨਸਲੀ ਕਰਾਰ ਦਿੱਤਾ ਗਿਆ। ਟੈਕਸਾਸ ਦੀ ਦੇਖਾ-ਦੇਖੀ ਐਰੀਜ਼ੋਨਾ ਵਿੱਚ ਵੀ ਅਜਿਹਾ ਕਾਨੂੰਨ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਦਕਿ ਫਲੋਰੀਡਾ ਸਰਕਾਰ ਗੈਰ ਕਾਨੂੰਨੀ ਪ੍ਰਵਾਸੀਆਂ ਨਾਲ ਪਹਿਲਾਂ ਹੀ ਵੱਖਰੇ ਤਰੀਕੇ ਨਾਲ ਪੇਸ਼ ਆ ਰਹੀ ਹੈ। ਨਵਾਂ ਕਾਨੂੰਨ ਨਾ ਸਿਰਫ ਪੁਲਿਸ ਦੀਆਂ ਤਾਕਤਾਂ ਵਿੱਚ ਵਾਧਾ ਕਰਦਾ ਹੈ, ਸਗੋਂ ਜੱਜਾਂ ਨੂੰ ਵੀ ਅਧਿਕਾਰ ਦਿੰਦਾ ਹੈ ਕਿ ਉਹ ਗ੍ਰਿਫਤਾਰ ਪ੍ਰਵਾਸੀਆਂ ਨੂੰ ਆਪਣੇ ਮੁਲਕ ਵਾਪਸ ਜਾਣ ਦੇ ਹੁਕਮ ਜਾਰੀ ਕਰ ਸਕਣ। ਨਵੇਂ ਮੁਲਾਜ਼ਮਾਂ ਤੋਂ ਬਗੈਰ ਤਨਖਾਹ ਕੰਮ ਕਰਵਾਉਣ ਵਾਲੇ ਰੈਸਟੋਰੈਂਟਸ ਦੀ ਹੁਣ ਖੈਰ ਨਹੀਂ। ਓਨਟਾਰੀਓ ਸਰਕਾਰ ਵੱਲੋਂ ਪ੍ਰਾਹੁਣਾਚਾਰੀ ਖੇਤਰ ਦੇ ਮੁਲਾਜ਼ਮਾਂ ਵਾਸਤੇ ਨਵਾਂ ਕਾਨੂੰਨ ਲਿਆਂਦਾ ਗਿਆ ਹੈ, ਜਿਸ ਤਹਿਤ ਪਹਿਲਾਂ ਕੰਮ ਕਰਕੇ ਦਿਖਾ ਵਾਲੀ ਨੀਤੀ ਨਹੀਂ ਚੱਲੇਗੀ ਅਤੇ ਗਾਹਕ ਦੇ ਬਿੱਲ ਅਦਾ ਕੀਤੇ ਬਗੈਰ ਫਰਾਰ ਹੋਣ ਦੀ ਸੂਰਤ ਵਿੱਚ ਮੁਲਾਜ਼ਮ ਦੀ ਤਨਖਾਹ ਨਹੀਂ ਕੱਟੀ ਜਾ ਸਕੇਗੀ। ਰੈਸਟੋਰੈਂਟਸ ਕੈਨੇਡਾ ਵੱਲੋਂ ਨਵੇਂ ਕਾਨੂੰਨ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਓਨਟਾਰੀਓ ਸਰਕਾਰ ਵੱਲੋਂ ਮਿਹਨਤ ਦਾ ਪੂਰਾ ਮੁੱਲ ਦਿਵਾਉਣ ਦਾ ਵਾਅਦਾ ਕਿਰਤ ਮੰਤਰੀ ਡੇਵਿਡ ਪੈਂਚਨੀ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਉਹਨਾਂ ਦੀ ਮਿਹਨਤ ਦਾ ਪੂਰਾ ਮੁੱਲ ਮਿਲਣਾ ਚਾਹੀਦਾ ਹੈ। ਸੂਬਾ ਸਰਕਾਰ ਚਾਹੁੰਦੀ ਹੈ ਕਿ ਰੈਸਟੋਰੈਂਟ ਵਿੱਚ ਪੂਰਾ ਦਿਨ ਕੰਮ ਕਰਨ ਮਗਰੋਂ ਕੋਈ ਮੁਲਾਜ਼ਮ ਖਾਲੀ ਹੱਥ ਘਰ ਨਾ ਜਾਵੇ। ਭਾਵੇਂ ਓਨਟਾਰੀਓ ਦੌਰਾਨ ਟ੍ਰਾਇਲ ਦਾ ਅਕਸਰ ਜ਼ਿਕਰ ਕੀਤਾ ਜਾਂਦਾ ਹੈ, ਪਰ ਰੈਸਟੋਰੈਂਟ ਮਾਲਕਾਂ ਨੂੰ ਇਹ ਆਦਤ ਸੁਧਾਰ ਲੈਣੀ ਚਾਹੀਦੀ ਹੈ। ਉਧਰ ਰੈਸਟੋਰੈਂਟਸ ਕੈਨੇਡਾ ਦੇ ਕਾਰਜਕਾਰੀ ਮੀਤ ਪ੍ਰਧਾਨ ਰਿਚਰਡ ਅਲੈਗਜ਼ੈਂਡਰ ਨੇ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਇਹ ਸਭ ਸਾਡੇ ਰੈਸਟੋਰੈਂਟ ਵਿੱਚ ਹੁੰਦਾ ਆ ਰਿਹਾ ਹੈ, ਪਰ ਚੰਗੀ ਗੱਲ ਹੈ ਕਿ ਹੁਣ ਇਹ ਖਤਮ ਕਰ ਦਿੱਤਾ ਜਾਵੇਗਾ। ਇਸੇ ਦੌਰਾਨ ਸਟ੍ਰੈਟਫੋਰਡ ਵਿਖੇ ਰੈਸਟੋਰੈਂਟ ਚਲਾ ਰਹੀ ਜੈਜ਼ੀ ਵੋਟਰੀ ਨੇ ਕਿਹਾ ਕਿ ਉਹ ਸਰਕਾਰ ਦੇ ਉਪਰਾਲੇ ਦਾ ਸਵਾਗਤ ਕਰਦੀ ਹੈ, ਪਰ ਚੰਗਾ ਹੁੰਦਾ ਜੇ ਤਨਖਾਹ ਸਮੇਤ ਛੁੱਟੀ ਉੱਤੇ ਜ਼ੋਰ ਦਿੱਤਾ ਜਾਂਦਾ। ਹਮਾਸ ਖਿਲਾਫ ਜਾਰੀ ਲੜਾਈ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਜ਼ਰਾਈਲ ਤੇ ਗਾਜ਼ਾ ਵਿੱਚ ਔਰਤਾਂ ਅਤੇ ਬੱਚਿਆਂ ਨੂੰ ਮਾਰਨ ਦਾ ਦੋਸ਼ ਲਗਾਇਆ ਹੈ। ਉਹਨਾਂ ਇਸ ਨੂੰ ਜਲਦੀ ਤੋਂ ਜਲਦੀ ਰੋਕਣ ਦੀ ਮੰਗ ਕੀਤੀ ਹੈ। ਹਾਲਾਂਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਉਹਨਾਂ ਨੂੰ ਸ਼ੀਸ਼ਾ ਦਿਖਾਇਆ। ਉਹਨਾਂ ਕਿਹਾ ਕਿ ਗਾਜ਼ਾ ਵਿੱਚ ਕਿਸੇ ਵੀ ਤਰ੍ਹਾਂ ਦੀ ਮੌਤ ਲਈ ਸਿਰਫ ਹਮਾਸ ਦੇ ਅੱਤਵਾਦੀ ਹੀ ਜ਼ਿੰਮੇਵਾਰ ਨੇ, ਉਹਨਾਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। 7 ਅਕਤੂਬਰ ਦੇ ਹਮਲਿਆਂ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਲਿਖਿਆ, ਇਜ਼ਰਾਈਲ ਨਹੀਂ ਸਗੋਂ ਹਮਾਸ ਜਾਣਬੁੱਝ ਕੇ ਗਾਜ਼ਾ ਦੇ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਉਹਨਾਂ ਨੇ ਯਹੂਦੀਆਂ ਤੇ ਕੀਤੇ ਸਭ ਤੋਂ ਭਿਆਨਕ ਹਮਲੇ ਵਿੱਚ ਨਾਗਰਿਕਾਂ ਦੇ ਸਿਰ ਕਲਮ ਕੀਤੇ, ਸਾੜ ਦਿੱਤੇ ਅਤੇ ਕਤਲੇਆਮ ਕੀਤਾ। ਨੇਤਨਯਾਹੂ ਨੇ ਕਿਹਾ, ਇਜ਼ਰਾਈਲ ਨਾਗਰਿਕਾਂ ਨੂੰ ਨੁਕਸਾਨ ਦੇ ਰਾਹ ਤੋਂ ਦੂਰ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਹਮਾਸ ਉਹਨਾਂ ਨੂੰ ਢਾਲ ਬਣਾ ਰਿਹਾ ਹੈ। ਉਹਨਾਂ ਕਿਹਾ ਕਿ ਇਜ਼ਰਾਈਲ ਗਾਜ਼ਾ ਵਿੱਚ ਨਾਗਰਿਕਾਂ ਲਈ ਇੱਕ ਸੁਰੱਖਿਅਤ ਖੇਤਰ ਪ੍ਰਦਾਨ ਕਰਦਾ ਹੈ, ਪਰ ਹਮਾਸ ਦੇ ਅੱਤਵਾਦੀ ਬੰਦੂਕ ਦੀ ਨੋਕ ਤੇ ਉਹਨਾਂ ਨੂੰ ਉੱਥੇ ਜਾਣ ਤੋਂ ਰੋਕਦੇ ਨੇ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਕਿਹਾ, ਇਜ਼ਰਾਈਲ ਨੂੰ ਨਹੀਂ ਹਮਾਸ ਨੂੰ ਨਾਗਰਿਕ ਪਿੱਛੇ ਲੁਕ ਕੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਲਈ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।
ਸਭਿਅਤਾ ਦੀਆਂ ਤਾਕਤਾਂ ਨੂੰ ਹਮਾਸ ਦੀ ਬਰਬਰਤਾ ਨੂੰ ਹਰਾਉਣ ਵਿੱਚ ਇਜ਼ਰਾਈਲ ਦਾ ਸਮਰਥਨ ਕਰਨਾ ਚਾਹੀਦਾ ਹੈ। ਹਮਾਸ ਵਿਰੁੱਧ ਇਜ਼ਰਾਈਲ ਦੀ ਲੜਾਈ ਵਿੱਚ ਗਾਜ਼ਾ ਵਿੱਚ 11,000 ਤੋਂ ਵੱਧ ਲੋਕ ਮਾਰੇ ਗਏ ਨੇ। 15 ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਨੇ। ਬਿਜਲੀ ਦੇ ਕੱਟਾਂ ਕਾਰਨ ਇਨਕਿਊਬੇਟਰਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਤੇ ਉਸ ਤੋਂ ਬਾਅਦ ਨਵਜਨਮੇ ਬੱਚਿਆਂ ਨੂੰ ਉਹਨਾਂ ਨੂੰ ਗਰਮ ਰੱਖਣ ਲਈ ਇਕੱਠੇ ਪੈਕ ਕੀਤੇ ਜਾਣ ਦੀਆਂ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਨੇ ਦੁਨੀਆ ਦਾ ਧਿਆਨ ਉੱਥੇ ਸਾਹਮਣੇ ਆ ਰਹੇ ਮਨੁੱਖੀ ਸੰਕਟ ਵੱਲ ਖਿੱਚਿਆ। ਗਾਜ਼ਾ ਦੇ ਅਲ ਸ਼ਿਫਾ ਹਸਪਤਾਲ ਵਿੱਚ ਸਮੇਂ ਤੋਂ ਪਹਿਲਾਂ ਜਨਮੇ 39 ਬੱਚਿਆਂ ਵਿੱਚੋਂ 3 ਦੀ ਮੌਤ ਹੋ ਗਈ ਹੈ। ਉਸ ਦੀ ਮੌਤ ਜਨਰੇਟਰ ਚਲਾ ਰਹੇ ਇਨਕਿਊਬੇਟਰਾਂ ਵਿੱਚ ਬਾਲਣ ਖਤਮ ਹੋਣ ਕਾਰਨ ਹੋਈ ਹੈ। ਟਰੂਡੋ ਨੇ ਇੱਕ ਸਮਾਗਮ ਦੌਰਾਨ ਕਿਹਾ, ਮੈਂ ਇਜ਼ਰਾਈਲੀ ਸਰਕਾਰ ਨੂੰ ਵੱਧ ਤੋਂ ਵੱਧ ਸੰਜਮ ਵਰਤਣ ਦੀ ਅਪੀਲ ਕਰਦਾ। ਦੁਨੀਆ ਟੀਵੀ ਤੇ ਸੋਸ਼ਲ ਮੀਡੀਆ ਤੇ ਸਭ ਕੁਝ ਦੇਖ ਰਹੀ ਹੈ। ਅਸੀਂ ਡਾਕਟਰਾਂ, ਪਰਿਵਾਰਕ ਮੈਂਬਰਾਂ, ਬਚਣ ਵਾਲਿਆਂ, ਉਹਨਾਂ ਬੱਚਿਆਂ ਦੀ ਗਵਾਹੀ ਸੁਣ ਰਹੇ ਹਾਂ ਜਿਨ੍ਹਾਂ ਨੇ ਆਪਣੇ ਮਾਪਿਆਂ ਨੂੰ ਗਵਾ ਦਿੱਤਾ ਹੈ। ਇਸ ਯੁੱਧ ਨੂੰ ਰੋਕਣਾ ਪਵੇਗਾ। ਟਰੂਡੋ ਨੇ ਇਹ ਵੀ ਕਿਹਾ ਕਿ ਹਮਾਸ ਨੂੰ ਫਿਲਿਸਤੀਨੀਆਂ ਨੂੰ ਮਨੁੱਖੀ ਢਾਲ ਦੇ ਰੂਪ ਵਿੱਚ ਵਰਤਣਾ ਬੰਦ ਕਰਨਾ ਚਾਹੀਦਾ ਹੈ ਅਤੇ ਆਪਣੇ ਕੋਲ ਮੌਜੂਦ 200 ਤੋਂ ਵੱਧ ਇਜ਼ਰਾਈਲੀ ਬੰਦਕਾਂ ਨੂੰ ਰਿਹਾ ਕਰਨਾ ਚਾਹੀਦਾ ਹੈ। ਭਾਰਤ, ਅਮਰੀਕਾ ਅਤੇ IPEF ਭਾਰਤ ਪ੍ਰਸ਼ਾਂਤ ਇਕਨੋਮਿਕ ਫਰੇਮਵਰਕ ਫਾਰ ਪ੍ਰੋਸਪੈਰਿਟੀ ਸਮੂਹ ਦੇ 12 ਹੋਰਨਾਂ ਮੈਂਬਰਾਂ ਦੇਸ਼ਾਂ ਨੇ ਸਪਲਾਈ ਚੇਨ ਵਿੱਚ ਲਚਕੀਲਾਪਣ ਲਿਆਉਣ ਸੰਬੰਧੀ ਸਮਝੌਤੇ ਤੇ ਹਸਤਾਖਰ ਕੀਤੇ ਨੇ। ਇਸ ਨਾਲ ਅਹਿਮ ਖੇਤਰਾਂ ਵਿੱਚ ਉਤਪਾਦਨ ਕੇਂਦਰਾਂ ਦੀ ਥਾਂ ਤਬਦੀਲੀ ਅਤੇ ਸਪਲਾਈ ਚੇਨ ਵਿੱਚ ਅੜਿੱਕਿਆਂ ਕਾਰਨ ਹੋਣ ਵਾਲੇ ਆਰਥਿਕ ਨੁਕਸਾਨ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ। ਇਸ ਸਮਝੌਤੇ ਉੱਤੇ ਸੈਨ ਫਰਾਂਸਿਸਕੋ ਵਿੱਚ ਹਸਤਾਖਰ ਕੀਤੇ ਗਏ ਨੇ। ਜ਼ਿਕਰਯੋਗ ਹੈ ਕਿ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ IPEF ਦੀ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਸੈਨ ਫਰਾਂਸਿਸਕੋ ਵਿੱਚ ਨੇ। ਇਸ ਸਮਝੌਤੇ ਨਾਲ ਭਾਰਤ ਵਰਗੇ ਮੈਂਬਰ ਦੇਸ਼ਾਂ ਦੀ ਚੀਨ ਉੱਤੇ ਨਿਰਭਰਤਾ ਘੱਟ ਕਰਨ ਵਿੱਚ ਮਦਦ ਮਿਲੇਗੀ। ਅਮਰੀਕਾ ਦੇ ਨਿਊਯਾਰਕ ਸ਼ਹਿਰ ਦੀ ਗਵਰਨਰ ਕੈਥੀ ਹੈਚਿਊਲ ਨੇ ਇੱਕ ਇਤਿਹਾਸਿਕ ਕਦਮ ਚੁੱਕਦੇ ਹੋਏ ਨਿਊਯਾਰਕ ਸਿਟੀ ਦੇ ਪਬਲਿਕ ਸਕੂਲਾਂ ਵਿੱਚ ਦੀਵਾਲੀ ਦੀ ਛੁੱਟੀ ਘੋਸ਼ਿਤ ਕਰਨ ਦੇ ਬਿੱਲ ਤੇ ਦਸਤਖਤ ਕੀਤੇ। ਹੈਚਿਊਲ ਨੇ ਮੰਗਲਵਾਰ ਨੂੰ ਕਿਹਾ ਕਿ ਨਿਊਯਾਰਕ ਸ਼ਹਿਰ ਵਿਭਿੰਨ ਧਰਮਾਂ ਤੇ ਸੱਭਿਆਚਾਰਾਂ ਨਾਲ ਭਰਪੂਰ ਹੈ ਅਤੇ ਅਸੀਂ ਇਸ ਨੂੰ ਪਛਾਣਨ ਅਤੇ ਇਸ ਵਿਭਿੰਨਤਾ ਨੂੰ ਮਨਾਉਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਣ ਜਾ ਰਹੇ ਹਾਂ। ਹੈਚਿਊਲ ਨੇ ਗਵਰਨਰ ਦੇ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਕਿਹਾ, ਨਿਊਯਾਰਕ ਸਿਟੀ ਦੇ ਸਾਰੇ ਪਬਲਿਕ ਸਕੂਲ ਹਰ ਸਾਲ ਭਾਰਤੀ ਕੈਲੰਡਰ ਦੇ 8ਵੇਂ ਮਹੀਨੇ ਦੇ 15ਵੇਂ ਦਿਨ ਬੰਦ ਰਹਿਣਗੇ, ਜਿਸ ਨੂੰ ਦੀਵਾਲੀ ਵਜੋਂ ਮਨਾਇਆ ਜਾਂਦਾ ਹੈ। ਹੈਚਿਊਲ ਨੇ ਕਿਹਾ, ਦੀਵਾਲੀ ਨੂੰ ਨਿਊਯਾਰਕ ਸਿਟੀ ਸਕੂਲ ਦੀ ਛੁੱਟੀ ਵਜੋਂ ਮਨੋਨੀਤ ਕਰਨਾ ਸਾਡੇ ਬੱਚਿਆਂ ਲਈ ਦੁਨੀਆ ਭਰ ਦੀਆਂ ਪਰੰਪਰਾਵਾਂ ਬਾਰੇ ਸਿੱਖਣ ਅਤੇ ਮਨਾਉਣ ਦਾ ਇੱਕ ਮੌਕਾ ਹੈ। ਇਸ ਬਿੱਲ ਤੇ ਟੈਂਪਲ ਸੁਸਾਇਟੀ ਆਫ ਉੱਤਰੀ ਅਮਰੀਕਾ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਦਸਤਖਤ ਕੀਤੇ ਗਏ। ਨਿਊਯਾਰਕ ਸਿਟੀ ਡਿਪਾਰਟਮੈਂਟ ਆਫ ਐਜੂਕੇਸ਼ਨ ਅਨੁਸਾਰ ਸਾਲ 2022-23 ਵਿੱਚ NYC ਸਕੂਲ ਪ੍ਰਣਾਲੀ ਵਿੱਚ 1,47,895 ਵਿਦਿਆਰਥੀ ਨੇ। ਇਨ੍ਹਾਂ ਵਿੱਚੋਂ 16.5% ਵਿਦਿਆਰਥੀ ਏਸ਼ੀਅਨ ਨੇ। ਨਿਊਯਾਰਕ ਸਟੇਟ ਅਸੈਂਬਲੀ ਵੂਮਨ ਜੈਨੀਫਰ ਰਾਜਕੁਮਾਰ ਨੇ ਸਕੂਲਾਂ ਵਿੱਚ ਦੀਵਾਲੀ ਦੀ ਛੁੱਟੀ ਨੂੰ ਲੈ ਕੇ ਪਹਿਲ ਕੀਤੀ ਸੀ। ਜੈਨੀਫਰ ਰਾਜਕੁਮਾਰ ਨੇ ਕਿਹਾ, ਨਿਊਯਾਰਕ ਦੇ ਲੋਕਾਂ ਦੀਆਂ ਪੀੜ੍ਹੀਆਂ ਹੁਣ ਦੀਵਾਲੀ ਰੋਸ਼ਨੀਆਂ ਦਾ ਤਿਉਹਾਰ ਮਨਾਉਣਗੀਆਂ। ਬਿੱਲ ਤੇ ਦਸਤਖਤ ਕਰਕੇ ਅਸੀਂ ਨਿਊਯਾਰਕ ਦੇ 6 ਲੱਖ ਤੋਂ ਵੱਧ ਹਿੰਦੂਆਂ, ਸਿੱਖਾਂ, ਜੈਨੀਆਂ ਅਤੇ ਬੋਧੀਆਂ ਨੂੰ ਮਾਨਤਾ ਦਿੰਦੇ ਹਾਂ। ਨਿਊ ਅਮਰੀਕਨ ਵੋਟਰ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਦਿਲੀਪ ਨਾਥ ਨੇ ਇੱਕ ਰਿਲੀਜ਼ ਵਿੱਚ ਕਿਹਾ ਕਿ ਉਹਨਾਂ ਨੂੰ ਇਹ ਦੇਖ ਕੇ ਮਾਣ ਹੈ ਕਿ ਹੈਚਿਊਲ ਨੇ ਦੀਵਾਲੀ ਦੀ ਛੁੱਟੀ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਤੇ ਆਖਰਕਾਰ ਕਾਰਵਾਈ ਕਰਦਿਆਂ ਇਸ ਨੂੰ ਕਾਨੂੰਨ ਦਾ ਰੂਪ ਦਿੱਤਾ ਹੈ। ਇਟਲੀ ਵਿੱਚ ਦਿਨੋਂ ਦਿਨ ਵੱਧ ਰਹੀ ਮਹਿੰਗਾਈ ਨਾਲ ਆਮ ਲੋਕਾਂ ਦੀ ਜ਼ਿੰਦਗੀ ਡਾਵਾਂਡੋਲ ਹੋ ਰਹੀ ਹੈ, ਕਿਉਂਕਿ ਬੀਤੇ ਸਾਲ ਤੋਂ ਇਟਲੀ ਵਿੱਚ ਆਮ ਵਿਅਕਤੀ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਵਰਤੀਆਂ ਜਾਣ ਵਾਲੀਆਂ ਵਸਤੂਆਂ ਦੇ ਮੁੱਲ ਵੱਸੋਂ ਬਾਹਰ ਹੋ ਜਾ ਰਹੇ ਨੇ। ਦੂਜੇ ਪਾਸੇ ਭਾਵੇਂ ਇਟਲੀ ਦੀ ਮੌਜੂਦਾ ਮੇਲੋਨੀ ਸਰਕਾਰ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਤੇ ਮਹਿੰਗਾਈ ਭੱਤੇ ਦੇ ਕੇ ਮਦਦ ਕਰ ਰਹੀ ਹੈ, ਪਰ ਇਸ ਦੇ ਬਾਵਜੂਦ ਦੇਸ਼ ਦੇ ਨਾਗਰਿਕ ਨਾਖੁਸ਼ ਨਜ਼ਰ ਆ ਰਹੇ ਨੇ, ਜਿਸ ਦੇ ਮੱਦੇਨਜ਼ਰ ਇਟਲੀ ਦੀ ਪ੍ਰਸਿੱਧ ਸੰਸਥਾ CGIL ਦੇ ਸਹਿਯੋਗ ਨਾਲ 17 ਨਵੰਬਰ ਸ਼ੁੱਕਰਵਾਰ ਨੂੰ ਰਾਜਧਾਨੀ ਰੋਮ ਦੇ ਪਿਆਸਾ ਇਲਾਕੇ ਵਿੱਚ ਵਿਸ਼ਾਲ ਇਕੱਠ ਕੀਤਾ ਜਾ ਰਿਹਾ ਹੈ, ਜਿਸ ਵਿੱਚ ਮੇਲੋਨੀ ਸਰਕਾਰ ਖਿਲਾਫ ਨਾਅਰੇਬਾਜ਼ੀ ਹੋ ਸਕਦੀ ਹੈ। UK ਸਰਕਾਰ ਦੀ ਸ਼ਰਨਾਰਥੀਆਂ ਨੂੰ ਪੂਰਬੀ ਅਫਰੀਕਾ ਦੇਸ਼ ਰਵਾਂਡਾ ਵਿੱਚ ਭੇਜਣ ਦੀ ਯੋਜਨਾ ਨੂੰ ਅਪੀਲ ਅਦਾਲਤ ਨੇ ਗੈਰ ਕਾਨੂੰਨੀ ਕਰਾਰ ਦਿੱਤਾ ਹੈ। ਪਿਛਲੇ ਸਾਲ ਅਪ੍ਰੈਲ ਵਿੱਚ ਸਰਕਾਰ ਨੇ ਉਹਨਾਂ ਸ਼ਰਨਾਰਥੀਆਂ ਨੂੰ ਰਵਾਂਡਾ ਭੇਜਣ ਦੀ ਯੋਜਨਾ ਬਣਾਈ ਸੀ ਜੋ ਛੋਟੀਆਂ ਕਿਸ਼ਤੀਆਂ ਵਿੱਚ ਇੰਗਲਿਸ਼ ਚੈਨਲ ਪਾਰ ਕਰਕੇ ਬ੍ਰਿਟੇਨ ਪਹੁੰਚੇ ਸਨ। ਦਸੰਬਰ ਵਿੱਚ ਹਾਈ ਕੋਰਟ ਨੇ ਸਰਕਾਰ ਦੀ ਇਸ ਫੈਸਲੇ ਖਿਲਾਫ ਅਪੀਲ ਰੱਦ ਕਰ ਦਿੱਤੀ ਸੀ, ਪਰ ਵੀਰਵਾਰ ਨੂੰ ਕੋਰਟ ਆਫ ਅਪੀਲ ਨੇ ਸ਼ਰਨਾਰਥੀਆਂ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਦਾਇਰ ਅਰਜ਼ੀ ਨੂੰ ਸਵੀਕਾਰ ਕਰ ਲਿਆ। ਕੇਸ ਦੀ ਸੁਣਵਾਈ ਕਰਨ ਵਾਲੇ 3 ਜੱਜਾਂ ਵਿੱਚੋਂ 2 ਨੇ ਕਿਹਾ ਕਿ ਰਵਾਂਡਾ ਸ਼ਰਨਾਰਥੀਆਂ ਲਈ ਸੁਰੱਖਿਅਤ ਦੇਸ਼ ਨਹੀਂ ਹੈ। ਹਾਲਾਂਕਿ ਅਦਾਲਤ ਨੇ ਇਹ ਵੀ ਕਿਹਾ ਸੀ ਕਿ ਉਸ ਨੂੰ ਘਰ ਭੇਜਿਆ ਜਾ ਸਕਦਾ ਹੈ।
ਹਾਈ ਕੋਰਟ ਦੇ ਫੈਸਲੇ ਨੂੰ ਪਲਟਦੇ ਹੋਏ ਕੋਰਟ ਆਫ ਅਪੀਲ ਦੇ ਚੀਫ ਜਸਟਿਸ ਲਾਰਡ ਬਰਨੇਟ ਨੇ ਕਿਹਾ ਕਿ ਜਦੋਂ ਤੱਕ ਰਵਾਂਡਾ ਵਿੱਚ ਸ਼ਰਨਾਰਥੀਆਂ ਦੀ ਪ੍ਰੋਸੈਸਿੰਗ ਲਈ ਢੁਕਵੀਂ ਵਿਵਸਥਾ ਨਹੀਂ ਹੁੰਦੀ, ਉਦੋਂ ਤੱਕ ਉਹਨਾਂ ਨੂੰ ਉੱਥੇ ਭੇਜਣਾ ਗੈਰ ਕਾਨੂੰਨੀ ਹੋਵੇਗਾ। ਬਿਆਨ ਵਿੱਚ ਲਾਰਡ ਬਰਨੇਟ ਨੇ ਇਹ ਵੀ ਕਿਹਾ ਕਿ ਅਦਾਲਤ ਦਾ ਫੈਸਲਾ ਸਰਕਾਰੀ ਨੀਤੀ ਬਾਰੇ ਇੱਕ ਨੈਤਿਕ ਰਾਏ ਨਹੀਂ ਹੈ। ਇਹ ਸਿਰਫ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਦੇਸ਼ ਵਿੱਚ ਕਾਨੂੰਨਾਂ ਦੀ ਪਾਲਣਾ ਕਰਕੇ ਨੀਤੀਆਂ ਬਣਾਈਆਂ ਜਾਣ। ਇਸ ਯੋਜਨਾ ਦੇ ਤਹਿਤ ਸਰਕਾਰ ਨੇ ਜੂਨ 2022 ਵਿੱਚ ਰਵਾਂਡਾ ਵਿੱਚ ਸ਼ਰਨਾਰਥੀਆਂ ਨੂੰ ਲੈ ਕੇ ਇੱਕ ਉਡਾਨ ਵੀ ਨਿਰਧਾਰਿਤ ਕੀਤੀ ਸੀ, ਪਰ ਮਨੁੱਖੀ ਅਧਿਕਾਰ ਦੀ ਯੂਰੋਪੀਅਨ ਅਦਾਲਤ ਦੇ ਦਖਲ ਤੋਂ ਬਾਅਦ ਇਹ ਉਡਾਨ ਰੱਦ ਕਰ ਦਿੱਤੀ ਗਈ ਸੀ। ਦਸੰਬਰ ਵਿੱਚ ਜਦੋਂ ਇਸ ਯੋਜਨਾ ਦੀ ਸੁਣਵਾਈ ਹੋਈ ਤਾਂ ਹਾਈ ਕੋਰਟ ਨੇ ਕਿਹਾ ਕਿ ਇਹ ਯੋਜਨਾ ਕਾਨੂੰਨੀ ਹੈ ਅਤੇ ਸਰਕਾਰ ਨੇ ਅਫਰੀਕੀ ਮੁਲਕ ਨੂੰ ਭਾਈਵਾਲ ਵਜੋਂ ਚੁਣ ਕੇ ਸਹੀ ਫੈਸਲਾ ਲਿਆ ਹੈ। ਹਾਲਾਂਕਿ ਅਦਾਲਤ ਨੇ ਮੰਨਿਆ ਕਿ ਸਰਕਾਰ ਨੇ ਜੂਨ ਵਿੱਚ 8 ਸ਼ਰਨਾਰਥੀਆਂ ਦੇ ਮਾਮਲੇ ਵਿੱਚ ਜਿਸ ਤਰ੍ਹਾਂ ਨਾਲ ਕਾਰਵਾਈ ਕੀਤੀ ਸੀ ਉਹ ਠੀਕ ਤਰ੍ਹਾਂ ਨਹੀਂ ਕੀਤੀ ਗਈ। ਰਵਾਂਡਾ ਵਿੱਚ ਡਿਪੋਰਟ ਕੀਤੇ ਜਾਣ ਦੇ ਖਤਰੇ ਵਿੱਚ 11 ਸ਼ਰਨਾਰਥੀਆਂ ਨੇ ਚੈਰਿਟੀ ਸੰਸਥਾਵਾਂ ਦੀ ਮਦਦ ਨਾਲ ਜਨਵਰੀ 2023 ਵਿੱਚ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਤਾਂ ਜੋ ਉਹਨਾਂ ਨੂੰ ਕੋਰਟ ਆਫ ਅਪੀਲ ਤੱਕ ਪਹੁੰਚ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇ, ਜਿਸ ਵਿੱਚ ਉਹ ਸਫਲ ਰਹੇ। ਇਸ ਹਫ਼ਤੇ ਦੇ ਸ਼ੁਰੂ ਵਿੱਚ ਯੂਕੇ ਦੇ ਗ੍ਰਹਿ ਦਫ਼ਤਰ ਨੇ ਮਾਈਗ੍ਰੇਸ਼ਨ ਬਿੱਲ ਦੇ ਆਰਥਿਕ ਬੋਝ ਦਾ ਵੇਰਵਾ ਦਿੰਦੇ ਹੋਏ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ। ਇਹ ਵੀ ਦੱਸਿਆ ਗਿਆ ਕਿ ਰਵਾਂਡਾ ਵਿੱਚ ਸ਼ਰਨਾਰਥੀ ਭੇਜਣ ਦਾ ਖਰਚਾ ਉਹਨਾਂ ਨੂੰ ਯੂਕੇ ਵਿੱਚ ਰੱਖਣ ਨਾਲੋਂ 63 ਕਰੋੜ ਰੁਪਏ ਜ਼ਿਆਦਾ ਹੋਵੇਗਾ। ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਇਸ ਸਕੀਮ ਦੀ ਵਰਤੋਂ ਸ਼ਰਨਾਰਥੀਆਂ ਨੂੰ ਡਰਾਉਣ ਲਈ ਕੀਤੀ ਜਾਵੇਗੀ, ਜਿਸ ਨਾਲ ਯੂਕੇ ਪਹੁੰਚਣ ਵਾਲੇ ਲੋਕਾਂ ਅਤੇ ਉਹਨਾਂ ਨੂੰ ਇੱਥੇ ਹੋਟਲਾਂ ਵਿੱਚ ਰੱਖਣ ਦਾ ਸਰਕਾਰੀ ਖਰਚਾ ਬਚੇਗਾ। ਗ੍ਰਹਿ ਮੰਤਰਾਲੇ ਨੇ ਸਰਕਾਰ ਦੀਆਂ ਉਮੀਦਾਂ ਤੇ ਸਵਾਲੀਆ ਨਿਸ਼ਾਨ ਲਗਾਉਂਦੇ ਹੋਏ ਕਿਹਾ ਕਿ ਇਹ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਇਹ ਯੋਜਨਾ ਅਸਲ ਵਿੱਚ ਕਿਸੇ ਤਰ੍ਹਾਂ ਦਾ ਡਰ ਪੈਦਾ ਕਰੇਗੀ, ਕਿਉਂਕਿ ਇਸ ਦੀ ਜਾਂਚ ਨਹੀਂ ਕੀਤੀ ਗਈ ਹੈ। ਆਸਟ੍ਰੇਲੀਆ ਉੱਤੇ ਇੱਕ ਮਗਰੋਂ ਇੱਕ ਸਾਈਬਰ ਹਮਲੇ ਹੋਣ ਦੀ ਰਿਪੋਰਟ ਹੈ ਅਤੇ ਸਰਕਾਰ ਨੇ ਦਾਅਵਾ ਕੀਤਾ ਕਿ ਇਸ ਪਿੱਛੇ ਇੱਕ ਮੁਲਕ ਦਾ ਹੱਥ ਹੈ। ਆਸਟ੍ਰੇਲੀਆ ਸਰਕਾਰ ਦਾ ਇਸ਼ਾਰਾ ਭਾਵੇਂ ਚੀਨ ਵੱਲ ਹੈ, ਪਰ ਨਾਂ ਲੈਣ ਤੋਂ ਪਰਹੇਜ਼ ਕੀਤਾ ਜਾ ਰਿਹਾ ਹੈ। ਆਸਟ੍ਰੇਲੀਆ ਸਰਕਾਰ ਨੇ ਦੱਸਿਆ ਕਿ ਹਰ 6 ਮਿੰਟ ਵਿੱਚ ਇੱਕ ਸਾਈਬਰ ਹਮਲਾ ਹੋ ਰਿਹਾ ਹੈ ਅਤੇ ਇਹ ਰਫ਼ਤਾਰ ਕਾਫੀ ਜ਼ਿਆਦਾ ਬਣਦੀ ਹੈ। ਰੱਖਿਆ ਮੰਤਰੀ ਰਿਚਰਡ ਮਾਰਲੈਸ ਨੇ ਕਿਹਾ ਕਿ ਅਹਿਮ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੀਤੇ ਮਈ ਮਹੀਨੇ ਦੌਰਾਨ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ ਅਤੇ ਯੂਕੇ ਨਾਲ ਰਲ ਕੇ ਇੱਕ ਯੋਜਨਾ ਵੀ ਤਿਆਰ ਕੀਤੀ ਗਈ ਸੀ, ਪਰ ਹਮਲੇ ਹੁਣ ਵੀ ਜਾਰੀ ਨੇ। ਰਿਚਰਡ ਨੇ ਕਿਹਾ ਕਿ ਆਸਟ੍ਰੇਲੀਆ ਸਰਕਾਰ ਚੀਨ ਨਾਲ ਬਿਹਤਰ ਸਬੰਧ ਚਾਹੁੰਦੀ ਹੈ, ਪਰ ਇਹ ਵੀ ਸੱਚ ਹੈ ਕਿ ਮੁਲਕ ਦੀ ਸੁਰੱਖਿਆ ਸਭ ਤੋਂ ਉੱਪਰ ਹੈ। ਇੱਥੇ ਦੱਸਣਾ ਬਣਦਾ ਹੈ ਕਿ ਇਸੇ ਸਾਲ ਫਰਵਰੀ ਵਿੱਚ ਆਸਟ੍ਰੇਲੀਆ ਸਰਕਾਰ ਨੇ ਆਪਣੀ ਪ੍ਰਮੁੱਖ ਸਰਕਾਰੀ ਇਮਾਰਤਾਂ ਵਿੱਚੋਂ ਚੀਨੀ ਕੰਪਨੀਆਂ ਦੁਆਰਾ ਤਿਆਰ ਨਿਗਰਾਨੀ ਕੈਮਰੇ ਹਟਾਉਣ ਦਾ ਫੈਸਲਾ ਲਿਆ ਸੀ। ਇਜ਼ਰਾਈਲੀ ਫੌਜ ਗਾਜ਼ਾ ਵਿੱਚ ਦਾਖਲ ਹੋ ਕੇ ਅੱਤਵਾਦੀਆਂ ਨੂੰ ਖਤਮ ਕਰ ਰਹੀ ਹੈ। ਇਜ਼ਰਾਈਲੀ ਡਿਫੈਂਸ ਫੋਰਸਿਸ ਨੇ ਕਿਹਾ ਕਿ ਹਮਾਸ ਬਿਮਾਰ ਗਾਜ਼ਾ ਵਾਸੀਆਂ ਨੂੰ ਆਪਣੀ ਢਾਲ ਵਜੋਂ ਵਰਤ ਰਿਹਾ ਹੈ। ਉਸਨੇ ਇਹ ਵੀ ਕਿਹਾ ਕਿ ਹਮਾਸ ਬਿਮਾਰਾਂ ਦਾ ਇਲਾਜ ਕਰਨ ਦੀ ਬਜਾਏ ਅੱਤਵਾਦ ਲਈ ਹਸਪਤਾਲਾਂ ਦੀ ਵਰਤੋਂ ਕਰਦਾ ਹੈ। ਗਾਜ਼ਾ ਦੇ ਲੋਕਾਂ ਦਾ ਇਹ ਘਿਨਾਉਣਾ ਸ਼ੋਸ਼ਣ ਬੰਦ ਹੋਣਾ ਚਾਹੀਦਾ ਹੈ। IDF ਨੇ ਲੈਫਟੀਨੈਂਟ ਕਰਨਲ ਐਮਨੋਮ ਸੈਲਫਰ ਨੇ ਐਕਸ ਤੇ ਇੱਕ ਵੀਡੀਓ ਪੋਸਟ ਕੀਤਾ ਤੇ ਉਸਨੇ ਜ਼ੋਰ ਦੇ ਕੇ ਕਿਹਾ ਕਿ ਬਿਮਾਰਾਂ ਦਾ ਇਲਾਜ ਕਰਨ ਦੀ ਬਜਾਏ ਹਮਾਸ ਅੱਤਵਾਦ ਲਈ ਹਸਪਤਾਲਾਂ ਦੀ ਵਰਤੋਂ ਕਰ ਰਿਹਾ ਹੈ। ਇਸ ਵਿੱਚ ਉਸਨੇ ਅੱਗੇ ਦੱਸਿਆ ਕਿ IDF ਹਮਾਸ ਨੂੰ ਹਰਾਉਣ ਅਤੇ ਇਜ਼ਰਾਈਲੀ ਬੰਦਕਾਂ ਨੂੰ ਛਡਾਉਣ ਲਈ ਗਾਜ਼ਾ ਵਿੱਚ ਜ਼ਮੀਨੀ ਕਾਰਵਾਈ ਚਲਾ ਰਹੀ ਹੈ। ਉਸਨੇ ਦੁਹਰਾਇਆ ਕਿ ਇਜ਼ਰਾਈਲ ਦੀ ਲੜਾਈ ਹਮਾਸ ਨਾਲ ਹੈ, ਨਾ ਕਿ ਗਾਜ਼ਾ ਦੇ ਨਾਗਰਿਕਾਂ ਨਾਲ। ਸੈਫਲਰ ਨੇ ਅੱਗੇ ਕਿਹਾ, ਉੱਥੇ ਬਿਮਾਰ ਲੋਕ ਸਭ ਤੋਂ ਕਮਜ਼ੋਰ ਨੇ ਅਤੇ ਜਦੋਂ ਕਿ ਅਸੀਂ ਅਤੇ ਜ਼ਿਆਦਾਤਰ ਦੇਸ਼ ਬਿਮਾਰਾਂ ਦੀ ਰੱਖਿਆ ਲਈ ਸਭ ਕੁਝ ਕਰਦੇ ਹਾਂ। ਅਫਸੋਸ ਦੀ ਗੱਲ ਹੈ ਕਿ ਗਾਜ਼ਾ ਵਿੱਚ ਅਜਿਹਾ ਨਹੀਂ ਹੈ। ਹਮਾਸ ਬਿਮਾਰ ਗਾਜ਼ਾ ਵਾਸੀਆਂ ਨੂੰ ਇੱਕ ਮੌਕਾ ਦੇ ਰਿਹਾ ਹੈ, ਸਭ ਤੋਂ ਕਮਜ਼ੋਰ ਲੋਕਾਂ ਨੂੰ ਅੱਗੇ ਰੱਖਣ ਦਾ ਮੌਕਾ। ਇਜ਼ਰਾਈਲੀ ਫੌਜ ਨੇ ਦੱਸਿਆ ਕਿ ਹਸਪਤਾਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਹਮਾਸ ਦੇ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ, ਜਿਸ ਵਿੱਚ ਹਮਾਸ ਦੇ ਅੱਤਵਾਦੀ ਮਾਰੇ ਗਏ। ਉਹਨਾਂ ਕਿਹਾ ਕਿ ਅਸੀਂ ਹਸਪਤਾਲ ਲਈ ਇਨਕਿਊਬੇਟਰ, ਬੇਬੀ ਫੂਡ ਅਤੇ ਮੈਡੀਕਲ ਸਪਲਾਈ ਲੈ ਕੇ ਆਏ ਸੀ, ਜਿਨ੍ਹਾਂ ਦੀ ਸਫਲਤਾਪੂਰਵਕ ਡਿਲੀਵਰੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਇਹ ਚੀਜ਼ਾਂ ਲੋੜਵੰਦਾਂ ਤੱਕ ਪਹੁੰਚ ਸਕਣ। ਹਸਪਤਾਲ ਦੇ ਸਰਜਨ ਡਾਕਟਰ ਅਹਿਮਦ ਅਲ ਮੁਹਲਾਤੀ ਨੇ ਨਿਊਜ਼ ਏਜੰਸੀ ਰॉयਟਰਸ ਨੂੰ ਦੱਸਿਆ ਕਿ ਹਸਪਤਾਲ ਦੇ ਬਾਹਰ ਰਾਤ ਭਰ ਲੜਾਈ ਹੁੰਦੀ ਰਹੀ, ਜਿਸ ਕਾਰਨ ਸਟਾਫ ਮੈਂਬਰ ਲੁਕੇ ਹੋਏ ਸਨ। ਉਹਨਾਂ ਦੱਸਿਆ ਕਿ ਗੋਲੀਬਾਰੀ ਕੱਲ੍ਹ ਮੰਗਲਵਾਰ ਸ਼ਾਮ ਨੂੰ ਸ਼ੁਰੂ ਹੋਈ ਸੀ। ਕਈ ਦਿਨਾਂ ਦੀ ਘੇਰਾਬੰਦੀ ਮਗਰੋਂ ਇਜ਼ਰਾਈਲੀ ਫੌਜ ਅੱਜ ਸਵੇਰੇ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਸ਼ਿਫਾ ਅੰਦਰ ਦਾਖਲ ਹੋ ਗਈ। ਇਜ਼ਰਾਈਲ ਦਾ ਦਾਅਵਾ ਹੈ ਕਿ ਹਮਾਸ ਦੇ ਅੱਤਵਾਦੀਆਂ ਨੇ ਉੱਥੇ ਮੁੱਖ ਕਮਾਂਡ ਸੈਂਟਰ ਬਣਾਇਆ ਹੋਇਆ ਹੈ ਅਤੇ ਉਹ ਮਰੀਜ਼ਾਂ ਤੇ ਹਸਪਤਾਲਾਂ ਵਿੱਚ ਪਨਾਹ ਲੈਣ ਵਾਲੇ ਲੋਕਾਂ ਨੂੰ ਢਾਲ ਬਣਾ ਰਹੇ ਨੇ। ਹਮਾਸ ਅਤੇ ਸ਼ਿਫਾ ਹਸਪਤਾਲ ਦੇ ਹਮਲੇ ਨੂੰ ਇਜ਼ਰਾਈਲ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ। ਗਾਜ਼ਾ ਵਿੱਚ ਹਸਪਤਾਲਾਂ ਦੇ ਡਾਇਰੈਕਟਰ ਮੁਹੰਮਦ ਜਾਕੂਤ ਨੇ ਕਿਹਾ ਕਿ ਇਜ਼ਰਾਈਲੀ ਟੈਂਕ ਸ਼ਿਫਾ ਹਸਪਤਾਲ ਅੰਦਰ ਦਾਖਲ ਹੋ ਗਏ ਨੇ। ਫੌਜੀਆਂ ਵੱਲੋਂ ਐਮਰਜੈਂਸੀ ਅਤੇ ਸਰਜਰੀ ਸਮੇਤ ਹੋਰ ਕਈ ਵਿਭਾਗਾਂ ਅੰਦਰ ਤਲਾਸ਼ੀ ਲਈ ਜਾ ਰਹੀ ਹੈ।
ਇਜ਼ਰਾਈਲੀ ਫੌਜ ਨੇ ਕਿਹਾ ਕਿ ਜਵਾਨਾਂ ਵੱਲੋਂ ਹਸਪਤਾਲ ਦੇ ਇੱਕ ਖਾਸ ਇਲਾਕੇ ਵਿੱਚ ਹਮਾਸ ਖਿਲਾਫ ਸਟੀਕ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਹੋਰ ਵੇਰਵੇ ਤਾਂ ਨਹੀਂ ਦਿੱਤੇ, ਪਰ ਇੰਨਾ ਜ਼ਰੂਰ ਕਿਹਾ ਕਿ ਉਹ ਆਮ ਨਾਗਰਿਕਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਕਦਮ ਚੁੱਕ ਰਹੇ ਨੇ। ਇਜ਼ਰਾਈਲੀ ਫੌਜ ਨੇ ਇਹ ਬਿਆਨ ਵਿੱਚ ਕਿਹਾ ਕਿ ਉਹਨਾਂ ਗਾਜ਼ਾ ਵਿੱਚ ਸਬੰਧਤ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਹਸਪਤਾਲ ਵਿੱਚ ਫੌਜ ਖਿਲਾਫ ਚਲਾਈਆਂ ਜਾ ਰਹੀਆਂ ਗਤੀਵਿਧੀਆਂ 12 ਘੰਟੇ ਦੇ ਅੰਦਰ ਬੰਦ ਕਰ ਦਿੱਤੀਆਂ ਜਾਣ, ਪਰ ਇੰਜ ਨਹੀਂ ਹੋਇਆ, ਜਿਸ ਕਾਰਨ ਉਹਨਾਂ ਨੂੰ ਕਾਰਵਾਈ ਕਰਨੀ ਪਈ। ਇਸ ਦੌਰਾਨ ਸੰਯੁਕਤ ਰਾਸ਼ਟਰ ਦੇ ਹੰਗਾਮੀ ਰਾਹਤ ਬਾਰੇ ਅਧਿਕਾਰੀ ਮਾਰਟਿਨ ਗ੍ਰਿਫਿਥ ਨੇ ਸ਼ਿਫਾ ਹਸਪਤਾਲ ਵਿੱਚ ਫੌਜ ਦੇ ਦਾਖਲੇ ਦੀ ਨਿਖੇਧੀ ਕਰਦਿਆਂ ਹਮਾਸ ਨੂੰ ਕਿਹਾ ਕਿ ਉਹ ਆਮ ਲੋਕਾਂ ਨੂੰ ਢਾਲ ਵਜੋਂ ਨਾ ਵਰਤੇ। ਉਧਰ ਤੁਰਕੀ ਦੇ ਰਾਸ਼ਟਰਪਤੀ ਰੈਸਿਪ ਤਾਇਪ ਅਰਦੋਗਾਨ ਨੇ ਇਜ਼ਰਾਈਲ ਦੀ ਆਲੋਚਨਾ ਕਰਦਿਆਂ ਉਸ ਨੂੰ ਅੱਤਵਾਦੀ ਮੁਲਕ ਕਰਾਰ ਦਿੱਤਾ। ਮਿਸਰ ਦੇ ਰਾਫਾ ਲਾਂਘੇ ਤੋਂ ਈਂਧਨ ਦੀ ਪਹਿਲੀ ਖੇਪ ਅੱਜ ਪਹਿਲੀ ਵਾਰ ਗਾਜ਼ਾ ਪੱਟੀ ਅੰਦਰ ਦਾਖਲ ਹੋਈ। ਇਜ਼ਰਾਈਲੀ ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਮਾਨਵੀ ਕਾਰਵਾਈਆਂ ਲਈ ਈਂਧਨ ਨਾਲ ਭਰੀ ਖੇਪ ਗਾਜ਼ਾ ਪੱਟੀ ਅੰਦਰ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਹੈ। ਫਿਲਿਸਤੀਨੀ ਸ਼ਰਨਾਰਥੀਆਂ ਬਾਰੇ ਸੰਯੁਕਤ ਰਾਸ਼ਟਰ ਏਜੰਸੀ ਨੇ ਚੇਤਾਵਨੀ ਦਿੱਤੀ ਸੀ ਕਿ ਗਾਜ਼ਾ ਵਿੱਚ ਉਹਨਾਂ ਦਾ ਈਂਧਨ ਭੰਡਾਰ ਖਤਮ ਹੋ ਗਿਆ ਹੈ ਅਤੇ ਉਸ ਨੂੰ ਛੇਤੀ ਹੀ ਆਪਣੀ ਮੁਹਿੰਮ ਬੰਦ ਕਰਨੀ ਪਵੇਗੀ। ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਵੱਲੋਂ ਇਜ਼ਰਾਈਲ ਹਮਾਸ ਜੰਗ ਬਾਰੇ ਮਤੇ ਤੇ ਸਹਿਮਤੀ ਬਣਾਉਣ ਲਈ 5ਵੀਂ ਵਾਰ ਕੋਸ਼ਿਸ਼ ਕਰੇਗੀ। ਮਤੇ ਦੇ ਮੌਜੂਦਾ ਖਰੜੇ ਤਹਿਤ ਗਾਜ਼ਾ ਪੱਟੀ ਵਿੱਚ ਫੌਰੀ ਜੰਗ ਰੋਕਣ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਆਮ ਲੋਕਾਂ ਨੂੰ ਸਹਾਇਤਾ ਪਹੁੰਚਾਈ ਜਾ ਸਕੇ। ਮਤੇ ਤਹਿਤ ਇਹ ਮੰਗ ਵੀ ਕੀਤੀ ਜਾਵੇਗੀ ਕਿ ਸਾਰੀਆਂ ਧਿਰਾਂ ਕੌਮਾਂਤਰੀ ਮਾਨਵੀ ਕਾਨੂੰਨ ਦੀ ਪਾਲਣਾ ਕਰਨ, ਜਿਸ ਤਹਿਤ ਬੱਚਿਆਂ ਸਣੇ ਆਮ ਲੋਕਾਂ ਦੀ ਸੁਰੱਖਿਆ ਅਤੇ ਲੋਕਾਂ ਨੂੰ ਬੰਦੀ ਨਾ ਬਣਾਇਆ ਜਾਵੇ। परिषद मैंबर माल्टा वालों प्रस्तावित खरड़े विच जंगबंदी का कोई जिक्र नहीं है। इस विच हमास के इजराइल ते 7 अक्तूबर को अचानक किए गए हमले और इजराइल की जवाबी कार्रवाई का भी जिक्र नहीं है। रूस के राष्ट्रपति व्लादिमीर पुतिन ने राष्ट्रपति चोणां नूं कंट्रोल करने वाले कानून विच बदलाव नूं मंजूरी देंदे होए मीडिया कवरेज से नवीं पाबंदियां लगा दित्तियां ने। स्थानक न्यूज़ एजेंसियां ने मंगलवार नूं यह जानकारी दी। अजिही संभावना है कि पिछले 24 सालों तो रूस से राज कर रहे पुतिन राष्ट्रपति वजों ऐतकी 6वीं बार चोण लड़ सकते हैं। हालांकि पुतिन ने अजे तक यह ऐलान नहीं किया कि वह चोण लड़नगे या नहीं। ये भी खबर मिली है कि चीन की अर्थव्यवस्था विच भी सुधार के संकेत मिल रहे हैं और इन्हां पाबंदियां तहत आज़ाद पत्रकारां नूं छड्ड के सिर्फ रजिस्टर्ड मीडिया अदारियां विच ठेके ते नियुक्ति पत्रकारां नूं ही चोण कमीशन दीआं मीटिंगां विच कवरेज करन दी इजाजत दित्ती जावेगी। ये राष्ट्रपति पुतिन दा नवां कानून है। चीन की अर्थव्यवस्था विच अक्तूबर विच सुधार के संकेत दिसे, परचून विक्री और निर्माण में तेजी आई है। हालांकि जायदाद खेतर सुस्त बनिया होया है। सरकार ने बुधवार को यह जानकारी दी। फैक्टरी आउटपुट अक्तूबर में 1 साल पहला नालों 4.6% वधी, जदों कि परचून विक्री में 7.6% वाधा होया। हालांकि रियल एस्टेट विच निवेश विच 9.3% की गिरावट आई है। अधिकारियों ने मन्निया कि उद्योग अजे भी अनुकूल होने की कोशिश कर रहे हैं। उद्योग 2 साल पहला डिवेलपरां द्वारा बहुत ज्यादा उधार लैण अते फिर विश्वव्यापी महामारी कारण संकट विच पै गया सी। चीन की आर्थिकता गर्मियों में हौली हो गई क्योंकि विश्वव्यापी निर्यात की मंग घट गई और जायदाद खेतर होर बिगड़ गया। अधिकारित आंकड़ियां मुताबिक जुलाई सितंबर में अर्थव्यवस्था 4.9% की सालाना रफ्तार नाल वधी, जो कि विश्लेषकों के 4.5% के अनुमान तो बेहतर है। हालांकि यह पिछली तिमाही की 6.3% सालाना विकास दर तो काफ़ी घट है। दुनिया की नंबर 2 अर्थव्यवस्था फिर तो गति फड़ रही है। चीनी राष्ट्रपति शी जिनपिंग बुधवार को कैलिफोर्निया में पैसिफिक रिम सम्मेलन तो इलावा अमरीकी राष्ट्रपति जो बाइडन नाल मुलाकात करेंगे। इस तो भी लोगों को काफ़ी उम्मीदां ने। विदेश मंत्री एस जयशंकर ने अज बरतानिया के कौमी सुरक्षा सलाहकार टिम बैरो नाल मुलाकात की। इस दौरान उन्होंने खेतरी और आलमी चुनौतियों पर विचार चर्चा की। जयशंकर दुवल्ले संबंधों के ਵੱਖ-ਵੱਖ पहलुओं की समीक्षा करन अते दोस्ताना संबंधों को नवी गति देने के उद्देश्य नाल बरतानिया के 5 रोज़ा अधिकारित दौरे ते ने। विदेश मंत्री ने सोशल मीडिया प्लेटफॉर्म एक्स से कहा, बरतानिया के NSA टिम बैरो ने मिल के खुशी हुई। असी खेतरी और आलमी चुनौतियों पर विचार चर्चा की। इस दौरान उन्होंने शैडो विदेश मंत्री डेविड लैमी नाल भी मुलाकात की और सुरक्षा ते विकास के मुद्दों के नाल दुवल्ले सहयोग से गलबात की। इस हफ्ते के शुरू में जयशंकर ने बरतानिया के प्रधानमंत्री ऋषि सुनक, नव नियुक्त विदेश मंत्री डेविड कैमरॉन, रक्षा मंत्री ग्रांट शैप्स और गृह मंत्री जेम्स क्लैवर्ले नाल मुलाकात की। भारत और बरतानिया पिछले साल जनवरी तो 2 पक्की व्यापारिक पाईवाली नूं 26 अरब पाउंड तक वधाउण के उद्देश्य नाल एक मुक्त व्यापार समझौते की गलबात कर रहे हैं।
ਹੁਣ ਤੱਕ ਗੱਲਬਾਤ ਦੇ 13 ਗੇੜ ਹੋ ਚੁੱਕੇ ਨੇ ਅਤੇ ਅਧਿਕਾਰੀਆਂ ਨੂੰ ਉਮੀਦ ਹੈ ਕਿ 2024 ਤੱਕ ਦੋਵਾਂ ਦੇਸ਼ਾਂ ਵਿੱਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਸਮਝੌਤਾ ਹੋ ਜਾਵੇਗਾ। ਯੁੱਧ ਦੇ ਝੰਬੇ ਯੂਕਰੇਨ ਤੋਂ 2021 ਵਿੱਚ ਸੁਰੱਖਿਅਤ ਕੱਢੇ ਗਏ ਸੈਂਕੜੇ ਭਾਰਤੀ MBBS ਵਿਦਿਆਰਥੀਆਂ ਨੇ ਆਪਣੀ ਪੜ੍ਹਾਈ ਮੁੜ ਤੋਂ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਉਜ਼ਬੇਕਿਸਤਾਨ ਦੀ ਮੋਰੀ ਮੈਡੀਕਲ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਹੈ। ਉਜ਼ਬੇਕਿਸਤਾਨ ਵਿੱਚ ਸਮਰਕੰਦ ਸਟੇਟ ਮੈਡੀਕਲ ਯੂਨੀਵਰਸਿਟੀ ਨੇ 1000 ਤੋਂ ਵੱਧ ਭਾਰਤੀ ਮੈਡੀਕਲ ਵਿਦਿਆਰਥੀਆਂ ਨੂੰ ਯੂਕਰੇਨ ਵਿੱਚ ਭਾਰਤੀ ਸਫਾਰਤਖਾਨੇ ਵੱਲੋਂ ਇਹ ਪੁੱਛੇ ਜਾਣ ਮਗਰੋਂ ਇਹ ਸਹੂਲੀਅਤ ਦਿੱਤੀ ਹੈ ਕਿ ਕੀ ਪ੍ਰਭਾਵਿਤ ਵਿਦਿਆਰਥੀਆਂ ਨੂੰ ਇੱਥੇ ਤਬਦੀਲ ਕੀਤਾ ਜਾ ਸਕਦਾ ਹੈ। ਬਿਹਾਰ ਦੇ ਬੇਗੂਸਰਾਏ ਵਾਸੀ ਅਮਿਤ ਨੇ ਰੂਸ ਦੇ ਹਮਲੇ ਸਮੇਂ ਯੂਕਰੇਨ ਵਿੱਚ ਇੱਕ ਰਾਤ ਇੱਕ ਬੇਸਮੈਂਟ ਵਿੱਚ ਗੁਜ਼ਾਰੀ ਸੀ ਅਤੇ ਇਹ ਆਪਰੇਸ਼ਨ ਗੰਗਾ ਤਹਿਤ ਭਾਰਤ ਸਰਕਾਰ ਵੱਲੋਂ ਸੁਰੱਖਿਅਤ ਕੱਢੇ ਗਏ ਵਿਦਿਆਰਥੀਆਂ ਵਿੱਚੋਂ ਇੱਕ ਸੀ। ਆਪਰੇਸ਼ਨ ਗੰਗਾ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਸੀ। ਪੰਜਾਬ ਦੇ ਫਿਰੋਜ਼ਪੁਰ ਦੀ ਤਨਵੀ ਵਧਵਾ ਯੂਕਰੇਨ ਵਿੱਚ ਬਿਕੋਵੀਨੀਅਨ ਸਟੇਟ ਮੈਡੀਕਲ ਯੂਨੀਵਰਸਿਟੀ ਦੀ ਵਿਦਿਆਰਥਣ ਸੀ ਅਤੇ ਇੱਕ ਸਮੈਸਟਰ ਦੇ ਨੁਕਸਾਨ ਕਾਰਨ ਯੂਨੀਵਰਸਿਟੀ ਨਾਲ ਜੁੜਨ ਲਈ ਫਿਕਰਮੰਦ ਸੀ। ਉਸਨੇ ਕਿਹਾ, ਮੈਂ 8 ਮਹੀਨਿਆਂ ਤੱਕ ਆਨਲਾਈਨ ਕਲਾਸਾਂ ਲਾਈਆਂ। ਸਾਨੂੰ ਉਮੀਦ ਸੀ ਕਿ ਜੰਗ ਖਤਮ ਹੋਵੇਗੀ ਅਤੇ ਅਸੀਂ ਵਾਪਸ ਜਾਵਾਂਗੇ। ਭਾਰਤ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਖਾਸ ਕਰਕੇ ਸਲਾਮਤੀ ਪਰਿਸ਼ਦ 21ਵੀਂ ਸਦੀ ਦੀ ਪੂਰ ਸਿਆਸੀ ਹਕੀਕਤਾਂ ਦੇ ਬੋਝ ਹੇਠ ਦਬ ਰਿਹਾ ਹੈ। ਭਾਰਤ ਨੇ ਕਿਹਾ ਕਿ ਮਹਾਸਭਾ ਨੂੰ ਬਹੁਲਵਾਦ ਰਾਹੀਂ ਕੌਮਾਂਤਰੀ ਮੁੱਦਿਆਂ ਨੂੰ ਹੱਲ ਕਰਨ ਦੇ ਉਦੇਸ਼ ਨਾਲ ਸੰਯੁਕਤ ਰਾਸ਼ਟਰ ਦੇ ਕੇਂਦਰੀਕਰਨ ਨੂੰ ਬਹਾਲ ਕਰਨ ਲਈ ਅਗਵਾਈ ਕਰਨੀ ਚਾਹੀਦੀ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਵਿੱਚ ਕਾਉਂਸਲਰ ਪ੍ਰਤੀਕ ਮਾਥੁਰ ਨੇ ਕਿਹਾ ਕਿ ਭਾਰਤ ਨੇ ਲਗਾਤਾਰ ਇਸ ਦੀ ਵਕਾਲਤ ਕੀਤੀ ਹੈ ਕਿ ਮਹਾਸਭਾ ਵਿੱਚ ਮੁੜ ਤੋਂ ਤਾਂ ਹੀ ਜਾਨ ਪਾਈ ਜਾ ਸਕਦੀ ਹੈ ਜੇਕਰ ਸੰਯੁਕਤ ਰਾਸ਼ਟਰ ਦੇ ਮੁੱਖ ਵਿਚਾਰ ਵਟਾਂਦਰੇ ਨੀਤੀ ਨਿਰਧਾਰਨ ਅਤੇ ਨੁਮਾਇੰਦੇ ਵਾਲੇ ਰੂਪਾਂ ਵਿੱਚ ਉਸ ਦੀ ਸਥਿਤੀ ਦਾ ਪੂਰੀ ਤਰ੍ਹਾਂ ਸਨਮਾਨ ਕੀਤਾ ਜਾਵੇ। ਮਹਾਸਭਾ ਦੇ ਕੰਮ ਦੇ ਵਿੱਚ ਮੁੜ ਜਾਣ ਪਾਉਣ ਦੇ ਵਿਸ਼ੇ ਤੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਾਥੁਰ ਨੇ ਕਿਹਾ ਕਿ ਇਹ ਮੰਨਣਾ ਚਾਹੀਦਾ ਹੈ ਕਿ ਕੁਝ ਦੋਸ਼ ਮਹਾਸਭਾ ਅਤੇ ਉਸ ਦੇ ਮੈਂਬਰ ਮੁਲਕਾਂ ਦਾ ਵੀ ਹੈ, ਜਿਨ੍ਹਾਂ ਸਾਰੇ ਮੁਲਕਾਂ ਦੀ ਸਮੂਹਿਕ ਆਵਾਜ਼ ਹੋਣ ਦੇ ਬਾਵਜੂਦ ਉਸ ਦੀ ਪ੍ਰਸੰਗਕਤਾ ਨੂੰ ਘੱਟ ਹੋਣ ਦਿੱਤਾ। ਹਮਾਸ ਵਿਰੁੱਧ ਇਜ਼ਰਾਈਲ ਦੀ ਕਾਰਵਾਈ ਜਾਰੀ ਹੈ, ਜਿਸ ਕਾਰਨ ਗਾਜ਼ਾ ਪੱਟੀ ਵਿੱਚ ਹੁਣ ਤੱਕ 11,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। 15 ਲੱਖ ਤੋਂ ਵੱਧ ਲੋਕ ਬੇਘਰ ਹੋ ਚੁੱਕੇ ਨੇ। ਇਸ ਦੌਰਾਨ ਫਿਲਿਸਤੀਨ ਨੇ ਭਾਰਤ ਨੂੰ ਮਦਦ ਦੀ ਅਪੀਲ ਕੀਤੀ ਹੈ। ਭਾਰਤ ਵਿੱਚ ਫਿਲਿਸਤੀਨੀ ਰਾਜਦੂਤ ਅਦਨਾਨ ਅਬੂ ਅਲ-ਹਾਇਜ਼ਾ ਨੇ ਬੁੱਧਵਾਰ ਨੂੰ ਫਿਲਿਸਤੀਨੀ ਲੋਕਾਂ ਲਈ ਆਪਣੀ ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਭਾਰਤ ਨੂੰ ਤੁਰੰਤ ਜੰਗਬੰਦੀ ਦੀ ਮੰਗ ਕਰਨ ਲਈ ਆਪਣੀ ਸ਼ਕਤੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇੰਡੀਆ ਟੂਡੇ ਟੀਵੀ ਨਾਲ ਗੱਲਬਾਤ ਕਰਦੇ ਹੋਏ ਅਦਨਾਨ ਅਬੂ ਅਲ-ਹਾਇਜ਼ਾ ਨੇ ਕਿਹਾ, ਮੈਂ ਭਾਰਤ ਸਰਕਾਰ ਨੂੰ ਕਈ ਵਾਰ ਫੋਨ ਕੀਤਾ ਹੈ। ਮੈਂ ਫਿਰ ਭਾਰਤ ਨੂੰ ਅਪੀਲ ਕਰਦਾ ਕਿ ਉਹ ਇਜ਼ਰਾਈਲ ਅਤੇ ਹਮਾਸ ਵਿਚਕਾਰ ਤੁਰੰਤ ਜੰਗਬੰਦੀ ਕਰਵਾਉਣ ਲਈ ਵੱਡੀ ਭੂਮਿਕਾ ਨਿਭਾਵੇ। ਅਲ-ਹਾਇਜ਼ਾ ਨੇ ਕਿਹਾ, ਭਾਰਤ ਨੂੰ ਇਜ਼ਰਾਈਲ ਅਤੇ ਹਮਾਸ ਵਿਚਕਾਰ ਵਿਚੋਲਗੀ ਕਰਨੀ ਚਾਹੀਦੀ ਹੈ, ਤੁਰੰਤ ਜੰਗਬੰਦੀ ਦੀ ਮੰਗ ਕਰਨੀ ਚਾਹੀਦੀ ਹੈ ਅਤੇ ਮਨੁੱਖੀ ਸਹਾਇਤਾ ਲਈ ਸਰਹੱਦਾਂ ਨੂੰ ਖੋਲ੍ਹਣ ਲਈ ਦਬਾਅ ਬਣਾਉਣਾ ਚਾਹੀਦਾ ਹੈ। ਅਜਿਹੀ ਸਥਿਤੀ ਕੋਵਿਡ ਦੌਰਾਨ ਵੀ ਨਹੀਂ ਸੀ। ਗਾਜ਼ਾ ਵਰਗੇ ਛੋਟੇ ਖੇਤਰ ਵਿੱਚ ਲੋਕ ਸਮਝੌਤੇ ਤੋਂ ਡਰਦੇ ਨੇ। ਇਸ ਤਰ੍ਹਾਂ ਦੇ ਕਤਲੇਆਮ ਕਾਰਨ ਬਿਮਾਰੀਆਂ ਫੈਲ ਰਹੀਆਂ ਨੇ। ਹਰ ਪਾਸੇ ਲਾਸ਼ਾਂ ਪਈਆਂ ਹੋਈਆਂ ਨੇ। ਜੰਗਬੰਦੀ ਤੇ ਦੂਜੇ ਦੇਸ਼ਾਂ ਦੇ ਸਮਰਥਨ ਦੀ ਗੱਲ ਕਰਦਿਆਂ ਹੋਏ ਫਿਲਿਸਤੀਨੀ ਰਾਜਦੂਤ ਨੇ ਕਿਹਾ ਕਿ ਕਤਰ ਅਤੇ ਮਿਸਰ ਗਾਜ਼ਾ ਦੇ ਨਾਗਰਿਕਾਂ ਦੀ ਸੁਰੱਖਿਆ ਅਤੇ ਸੰਘਰਸ਼ ਵਿੱਚ ਜੰਗਬੰਦੀ ਲਈ ਵਿਚੋਲਗੀ ਕਰ ਰਹੇ ਨੇ। ਉਸਨੇ ਕਿਹਾ, ਮੈਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਹੱਲ ਲੱਭਣ ਦੀ ਅਪੀਲ ਕਰਦਾ। ਅਸੀਂ ਗਾਜ਼ਾ ਵਿੱਚ ਸ਼ਾਂਤੀ ਅਤੇ ਦੋਵਾਂ ਰਾਜਾਂ ਅਤੇ ਇੱਕ ਆਜ਼ਾਦ ਫਿਲਿਸਤੀਨੀ ਤੇ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਨੂੰ ਅਪਣਾਉਣ ਦੀ ਮੰਗ ਕਰਦੇ ਹਾਂ। BSF ਵੱਲੋਂ 16 ਨਵੰਬਰ ਤੋਂ ਹੁਸੈਨੀਵਾਲਾ ਭਾਰਤ-ਪਾਕ ਸਾਂਝੀ ਚੈੱਕ ਪੋਸਟ ਵਿਖੇ ਰਿਟਰੀਟ ਸੈਰਾਮਨੀ ਦਾ ਸਮਾਂ ਬਦਲ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ BSF ਅਧਿਕਾਰੀਆਂ ਨੇ ਦੱਸਿਆ ਕਿ ਹੁਣ ਹੁਸੈਨੀਵਾਲਾ ਜੁਆਇੰਟ ਚੈੱਕ ਪੋਸਟ ਤੇ ਰੋਜ਼ਾਨਾ ਸ਼ਾਮ 4:30 ਵਜੇ ਰਿਟਰੀਟ ਸੈਰਾਮਨੀ ਹੋਇਆ ਕਰੇਗੀ। ਜ਼ਿਕਰਯੋਗ ਹੈ ਕਿ ਪਹਿਲਾਂ ਰਿਟਰੀਟ ਸਮਾਰੋਹ ਦਾ ਸਮਾਂ ਸ਼ਾਮ 5 ਵਜੇ ਸੀ ਅਤੇ ਹੁਣ ਮੌਸਮ ਵਿੱਚ ਬਦਲਾਅ ਦੇ ਨਾਲ ਰਿਟਰੀਟ ਸਮਾਰੋਹ ਦਾ ਸਮਾਂ ਬਦਲ ਦਿੱਤਾ ਗਿਆ। ਫਾਜ਼ਿਲਕਾ ਸੈਕਟਰ ਵਿੱਚ ਰੋਜ਼ਾਨਾ ਹੋਣ ਵਾਲੀ ਰਿਟਰੀਟ ਸੈਰਾਮਨੀ ਦਾ ਸਮਾਂ ਵੀ ਬਦਲ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਾਰਡਰ ਏਰੀਆ ਵਿਕਾਸ ਫਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਕਿਹਾ ਕਿ ਇਹ ਸਮਾਂ ਦੋਹਾਂ ਦੇਸ਼ਾਂ ਦੀ ਸਹਿਮਤੀ ਨਾਲ ਮੌਸਮ ਵਿੱਚ ਤਬਦੀਲੀ ਕਾਰਨ ਬਦਲਿਆ ਗਿਆ। ਪੰਜਾਬ ਦੀਆਂ 3 ਸਰਹੱਦਾਂ ਅੰਮ੍ਰਿਤਸਰ ਦੇ ਵਾਘਾ, ਅਟਾਰੀ, ਫਿਰੋਜ਼ਪੁਰ ਦੇ ਹੁਸੈਨੀਵਾਲਾ ਅਤੇ ਫਾਜ਼ਿਲਕਾ ਦੀ ਸੁਲੇਮਾਨ ਕੀ ਸਾਦਰੀ ਬਾਰਡਰ ਤੇ ਹਰ ਸ਼ਾਮ ਹੋਣ ਵਾਲੇ ਰਿਟਰੀਟ ਸੈਰਾਮਨੀ ਹੁਣ ਸ਼ਾਮ 4:30 ਵਜੇ ਹੋਇਆ ਕਰਨਗੇ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ।